ਵਾਹਿਗੁਰੂ। ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਿਤਾ ਜਿਉ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਹੀਂ ਤਿਹਾ ਹਉ ਕਰੀ ਵਖਿਆਣ। ਗੁਰ ਨਾਨਕ ਪਦ ਪੰਕਜ ਬੰਦਨ, ਪਾਦ ਪੰਕਜ ਬੰਦਨ। ਸਿਮਰਾਂ ਅੰਗਦ ਦੁਖ ਨਿਕੰਦਨ, ਗੁਰ ਅਮਰਦਾਸ ਹਿਰਦੈ ਨਿਤ ਧਿਆਉ, ਹਿਰਦੈ ਨਿਤ ਧਿਆਉ। ਗੁਰ ਰਾਮਦਾਸ ਗੁਣ ਗਾਉ, ਗੁਰ ਅਰਜਨ ਬਿਘਨ ਕੇ ਨਾਸਕ, ਬਿਘਨ ਕੇ ਨਾਸਕ। ਗੁਰ ਹਰਿਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਗੁਰੂ ਗੋਬਿੰਦ ਸਿੰਘ ਬਿਸਾਲਾ, ਤਰੋਂ ਤਾਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ, ਤਰੋਂ ਤਾਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮੈਂ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਏਕ ਓਂਕਾਰ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ।
बिघन विनाशन सोए। एकंकारा सतगुरु जय प्रसाद सच होए। वाहिगुरु जी की फतेह है, बिघन विनाशन सोए। वाहिगुरु जी जे तुम हमरे सिख कहावो, मानो बचन न सदन सिधावो। पर्यो सिड़ी पर सब इव खावो, जे नह खावो त्यों पछतावो। परम सन्मानयोग सतगुरु चवर छत्र तखत दे मालिक हाजरा हजूर जाहरा जहूर शब्द गुरु जुगों जोगा टल सतगुरु धन श्री गुरु ग्रंथ ਸਾਹਿਬ महाराज सच्चे पातशाह जी की पावन पवित्र हजूरी अंदर जुड़ बैठे सतसंगी जनों, आप जी वड्डे भागां वाले हो जो सत्कारयोग धन माता राजकौर जी के पावन अस्थान गुरुद्वारा मंजी साहिब विखे शामां दे दीवाना दियां हाजरियां भर रहे हो। आओ रोजाना की तरह धन गुरु नानक देव सच्चे पातशाह जी की चल रही लड़ीवार इतिहास कथा के नाल अगलेरी सांझ पाउण तो पहला असीस बख्शिश करो जी। रसना नूं करो पवित्र, जितने भी जुड़ बैठे हो लवाओ हाजरी आखो जी। वाहिगुरु जी का खालसा, वाहिगुरु जी की फतेह। जे तुम हमरे सिख कहावो, मानो बचन ना सदन सिधावो। कविराज कवि संतोख सिंह जी अगे लिख रहे हैं कि जदों धन गुरु नानक देव सच्चे पातशाह जी जंगल दे विच एक लाश दे कोल जाके खड़ो गए ने कि जिथे कुछ लकड़ा भी इकट्ठियां करके रखियां ने, जिवें किसी ने संस्कार करने वास्ते इकट्ठियां कीतियां होण। पिछे पिछे सिख भी पहुंचे ने और सतगुरु जी उत्ते खड़े हुए फिर सिखां नूं बचन कहते हैं, भाई जे मेरे सिख अखवाउंदे हो तो फिर हुण घर नूं वापस ना जाया जी, हुण साडा बचन मन्नो। पर्यो सिड़ी पर सब इव खावो, जे न खावो तो पछतावो। सतगुरु जी कहते हैं, भाई आ जिहड़ी सामने लाश पई है ना, इनू खाओ, तो जेड़ा नहीं खाएगा फिर वो पछताएगा। जे सिख हो तो फिर खाओ। सुन बिस्माद भय मन माही, धीरज रहियो हृदय किस नाही। कहते सुन के सारे हैरान हो गए और किसी दे विच हौसला नहीं रहा कि मुर्दा खाना है तो मुर्दा भी इंसान का, मरे हुए बंदे का शरीर खाना है। कितक संग तज पुरी सिधारे, कितक दूरे भज चार मझारे। कहते कईयां ने तो जो सुनिया ना कि मुर्दा खाओ, उस वो पिछले पैरी भज गए, वो तो करतारपुर साहब नगर में भज गए। तो कुछ जेडे ने भज के दौड़ के झाड़ियां के पिछे लुक गए कि गुरु साहब के हाथ में डंडा भी है, ये ना हो कि हुण डंडे नाल ही खो। कितक धार हठ रहे समीपा, तिन पिख कह बेते कुल दीपा। पर कुछ जेडे हट करके उत्थे खड़े रहे नहीं भजे। सतगुरु जी उन्हां वाले वेखदे ने ते फिर कहंदे ने
ਜੇ ਤੁਮ ਠਾਂਡੇ ਰਹੋ ਇਹ ਥਾਨਾ, ਸਭ ਕੋ ਕਾਹੂ ਬਿਲਮ ਕਰਹਾਨਾ। ਕਹਿੰਦਾ ਵੀ ਤੁਸੀਂ ਨਹੀਂ ਭੱਜੇ, ਜੇ ਇੱਥੇ ਖਲੋਣਾ ਤੇ ਫਿਰ ਖਲੋਣਾ ਨਹੀਂ। ਆਹ ਲਾਸ਼ ਪਈ, ਇਸ ਲਾਸ਼ ਨੂੰ ਹੁਣੇ ਖਾਣਾ ਸ਼ੁਰੂ ਕਰ ਦਿਓ, ਬਿਨਾਂ ਦੇਰ ਤੋਂ ਹੁਣੇ ਖਾਓ। ਨਾਹੇ ਤਾਂ ਜਾਹੋ ਸਦਨ ਕੋ ਧਾਈ, ਦੋ ਮੈਂ ਕਰਹੂੰ ਜੇ ਇੱਕ ਮਨ ਭਾਈ। ਸਤਿਗੁਰੂ ਜੀ ਕਹਿੰਦੇ ਨੇ ਹੁਣ ਤੁਹਾਡੇ ਸਾਹਮਣੇ ਦੋ ਹੀ ਗੱਲਾਂ ਨੇ, ਜਾਂ ਤਾਂ ਇਸ ਲਾਸ਼ ਨੂੰ ਹੁਣੇ ਖਾਣਾ ਸ਼ੁਰੂ ਕਰ ਦਿਓ ਤੇ ਜਾਂ ਫਿਰ ਭੱਜ ਜਾਓ। ਜਿਵੇਂ ਦੂਜੇ ਭੱਜ ਗਏ ਨੇ ਤੁਸੀਂ ਵੀ ਭੱਜੋ, ਚਲੇ ਜਾਓ ਆਪੋ ਆਪਣੇ ਘਰਾਂ, ਨਹੀਂ ਤਾਂ ਫਿਰ ਇਸ ਲਾਸ਼ ਨੂੰ ਖਾਓ। ਡਰਤ ਹਿਰਦੈ ਕੰਪਤ ਤਨ ਸਾਰੇ, ਹਾਥ ਬੰਦ ਕਹਿ ਬਚਨ ਉਚਾਰੇ। ਸਤਿਗੁਰੂ ਜੀ ਦੇ ਬੋਲ ਸੁਣ ਕੇ ਅੰਦਰ ਸਾਰਿਆਂ ਦੇ ਦਹਿਲ ਗਏ ਨੇ, ਹੱਥ ਜੋੜ ਕੇ ਕੰਬਦੇ ਹੋਏ ਬੁੱਲਾਂ ਦੇ ਨਾਲ ਫਿਰ ਬੇਨਤੀ ਕਰਦੇ ਨੇ। ਹਮ ਹੈ ਸਿੱਖ ਨਾ ਗਮਣੈ ਧਾਮੂ, ਮਾਰਿਓ ਕੁਤਕਾ ਸੁਣ ਸਿੱਖ ਨਾਮੂ। ਕਈ ਵਿੱਚੋਂ ਸਿੱਖ ਬੋਲ ਕੇ ਕਹਿੰਦੇ ਨੇ ਸਤਿਗੁਰੂ ਜੀ ਅਸੀਂ ਤੁਹਾਡੇ ਸਿੱਖ ਹਾਂ, ਅਸੀਂ ਘਰਾਂ ਨੂੰ ਨਹੀਂ ਜਾਵਾਂਗੇ। ਸੁਣ ਕੇ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਹੱਥ ਵਿੱਚ ਫੜਿਆ ਹੋਇਆ ਡੰਡਾ, ਜਦੋਂ ਕਹਿੰਦੇ ਅਸੀਂ ਸਿੱਖ ਹਾਂ, ਗੁਰੂ ਸਾਹਿਬ ਜੀ ਫਿਰ ਡੰਡਾ ਮਾਰ ਦਿੰਦੇ, ਗਏ ਨਹੀਂ, ਚਲੇ ਜਾਓ। ਕੁੱਟਣ ਹਮਰੇ ਸਿੱਖ ਕਹਾਵੋ, ਬਚਨ ਕਰਿਓ ਗੁਰ ਸੋ ਨਾ ਕਮਾਵੋ। ਸਤਿਗੁਰੂ ਜੀ ਕਹਿੰਦੇ ਨੇ ਭੇਖੀਓ, ਭੇਖ ਧਾਰਨ ਕਰਕੇ ਸਾਡੇ ਸਿੱਖ ਖਵਾਉਂਦੇ, ਪਰ ਸਾਡੇ ਬਚਨ ਨੂੰ ਨਹੀਂ ਮੰਨਦੇ, ਸਾਡੇ ਕਹੇ ਮੁਤਾਬਕ ਕੰਮ ਨਹੀਂ ਕਰਦੇ। ਔਰ ਦੇਖੋ ਉਹ ਗੁਰੂ ਸਾਹਿਬ ਜੀ ਦੇ ਸਮਝਾਉਣ ਦੀ ਇੱਕ ਲੀਲਾ ਸੀ। ਹਾਲਤ ਸਾਡੇ ਬਿਲਕੁਲ ਇਸੇ ਤਰ੍ਹਾਂ ਦੀ ਹੈ। ਕਹਿੰਦੇ ਸਾਰੇ ਅਸੀਂ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਨੇ, ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਗੁਰੂ ਮੰਨਦੇ ਹਾਂ, ਪਰ ਜੇ ਨਾਲ ਇਹ ਵੀ ਕਹਿ ਲਏ ਕਿ ਗੁਰੂ ਗ੍ਰੰਥ ਸਾਹਿਬ ਦੀ ਨਹੀਂ ਮੰਨਦੇ ਤੇ ਇਹਦੇ ਵਿੱਚ ਅਤਕਥਨੀ ਕੋਈ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਨੂੰ ਤਾਂ ਮੰਨਣੇ ਹੈ, ਪਰ ਉਹਨਾਂ ਦੇ ਬਚਨਾਂ ਨੂੰ ਨਹੀਂ ਮੰਨਦੇ, ਗੱਲ ਨੂੰ ਨਹੀਂ ਮੰਨਦੇ। ਔਰ ਜਿਹੜੇ ਮੰਨਦੇ ਨੇ ਉਹ ਵਿਰਲੇ ਨੇ। ਉਹ ਗੁਰੂ ਸਾਹਿਬ ਜੀ ਨੇ ਪਾਵਨ ਬਚਨ ਕਹੇ ਵੀ ਨੇ, ਹੈਨ ਵਿਰਲੇ ਨਾ ਹੀ ਘਣੇ, ਫੈਲ ਪਕੜ ਸੰਸਾਰ। ਉਹਨਾਂ ਦੇ ਵਿੱਚੋਂ ਜਿਹੜੇ ਵਿਰਲੇ ਨੇ, ਹੁਣ ਵਿਰਲਿਆਂ ਦੇ ਵਿੱਚੋਂ ਵੀ ਗੁਰੂ ਸਾਹਿਬ ਜੀ ਪਰਖ ਕਰਦੇ ਨੇ, ਨਾਲੇ ਡੰਡਾ ਮਾਰਦੇ ਨੇ, ਨਾਲੇ ਕਹਿੰਦੇ ਸਿੱਖ ਜੀ, ਬਚਨ ਨਹੀਂ ਮੰਨਦੇ। ਪੁੰਨ ਮਾਰਨ ਕੁਤਕੇ ਲੱਗੇ, ਭਾਗੇ ਸਭ ਕਰ ਤਰਾਸ। ਹੁਣ ਕਹਿੰਦੇ ਜਦੋਂ ਗੁਰੂ ਸਾਹਿਬ ਜੀ ਫਿਰ ਚੰਗੀ ਤਰ੍ਹਾਂ ਜ਼ੋਰ ਦੇ ਨਾਲ ਲੱਗੇ ਨਾ ਮਾਰਨ ਡੰਡੇ, ਸਿੱਖੋ, ਨਾਲੇ ਡੰਡਾ ਮਾਰਦੇ ਨੇ, ਨਾਲੇ ਕਹਿੰਦੇ ਤੂੰ ਹੀ ਸਿੱਖ ਹੈ। ਜਦੋਂ ਜੋ ਡੰਡੇ ਪਏ ਨੇ ਫਿਰ ਉਹਨਾਂ ਵਿੱਚੋਂ ਵੀ ਤਕਰੀਬਨ ਸਾਰੇ ਜਿਹੜੇ ਨੇ ਉਹ ਉੱਥੋਂ ਭੱਜ ਗਏ। ਰਹਿਓ ਨ ਕੋ ਸੰਗ ਤਬ ਇੱਕ ਲਹਿਣਾ ਰਹਿ ਪਾਸ। ਔਰ ਕਵੀ ਸੰਤੋਖ ਸਿੰਘ ਜੀ ਰਹਿੰਦੇ ਨੇ, ਕੋਈ ਨਹੀਂ ਰਿਹਾ ਫਿਰ, ਕੇਵਲ ਤੇ ਕੇਵਲ ਇੱਕ ਭਾਈ ਲਹਿਣਾ ਜੀ ਕੋਲ ਸਨ, ਹੱਥ ਜੋੜ ਕੇ ਖਲੋ ਗਏ। ਤਿਸੇ ਬਲੋਕਤ ਬਚਨ ਉਚਾਰਾ, ਕਿਉਂ ਠਾਂਡੋ ਤੂੰ ਨਹੀਂ ਸਿਧਾਰਾ। ਗੁਰੂ ਸਾਹਿਬ ਜੀ ਨੇ ਭਾਈ ਲਹਿਣਾ ਜੀ ਦੇ ਵਿੱਚ ਡਾਂਗ ਮਾਰੀ ਤੇ ਸੋਟਾ ਮਾਰ ਕੇ ਕਹਿੰਦੇ ਨੇ, ਲਹਿਣਿਆ ਤੂੰ ਕਿਉਂ ਖੜਾ ਹੈ, ਤੂੰ ਕਿਉਂ ਨਹੀਂ ਭੱਜਿਆ, ਭੱਜ ਜਾ, ਹਜੇ ਵੀ ਚਲਾ ਜਾ। ਇਹ ਜੇ ਸਿੱਖ ਬਚਨ ਮਾਨੋ ਮੁਰ, ਸਭ ਕੋ ਕਾਹੂ ਬਿਲੰਬ ਨਹੀਂ ਕਰ। ਤੇ ਜੇ ਹਜੇ ਵੀ ਤੂੰ ਕਹਿੰਦਾ ਕਿ ਸਾਡਾ ਸਿੱਖ ਹੈ ਤੇ ਫਿਰ ਬਚਨ ਨੂੰ ਮਨ ਦੇਰ ਨਾ ਕਰ, ਹੁਣੇ ਮੁਰਦੇ ਨੂੰ ਖਾ। ਸੁਣ ਕੈ ਲਹਿਣੇ ਦਵੈ ਕਰ ਜੋਰੇ, ਨਹਿਰ ਜਾਏ ਮੋਰੋ ਪ੍ਰਣ ਮੋਰੇ। ਇਹ ਸੁਣ ਕੇ ਭਾਈ ਲਹਿਣਾ ਜੀ ਦੇ ਹੱਥ ਜੁੜੇ ਨੇ, ਹੱਥ ਜੋੜ ਕੇ ਕਹਿੰਦੇ ਨੇ ਸਤਿਗੁਰੂ ਜੀ ਇਹ ਤੇ ਮੇਰਾ ਪ੍ਰਣ ਹੈ ਕਿ ਆਪ ਜੀ ਦਾ ਹੁਕਮ ਮੈਂ ਮੋੜਦਾ ਹੀ ਨਹੀਂ, ਕਿਸੇ ਵੀ ਹਾਲਤ ਵਿੱਚ ਨਹੀਂ ਮੋੜਦਾ। ਰਾਵਰ ਕੋ ਪ੍ਰਵਾਹ ਨ ਕੋਈ, ਹਮ ਹੈ ਸਿੱਖ ਸ਼ਰਨਾਗਤ ਹੋਈ। ਸਤਿਗੁਰੂ ਜੀ ਆਪ ਜੀ ਨੂੰ ਕਿਸੇ ਦੀ ਪਰਵਾਹ ਨਹੀਂ, ਆਪ ਬੇਪਰਵਾਹ ਹੋ, ਪਰ ਅਸੀਂ ਤਾਂ ਤੁਹਾਡੀ ਸ਼ਰਨ ਵਿੱਚ ਹਨ, ਮੈਂ ਤਾਂ ਤੁਹਾਡੀ ਸ਼ਰਨ ਵਿੱਚ ਆਇਆ ਹਾਂ।
ਚਾਹੇ ਤਾ ਰਾਖੇ ਭਾਵੇਂ ਮਾਰੀ, ਹੋ ਨਹਿ ਤਜ ਹੋ ਸ਼ਰਨ ਤੁਮਹਾਰੀ। ਸਤਿਗੁਰੂ ਜੀ ਇਹ ਡਾਂਗ ਇਹ ਡੰਡਾ ਤੇ ਕੀ ਤੁਹਾਡੀ ਮਰਜ਼ੀ ਹੈ ਕਿ ਭਾਵੇਂ ਸ਼ਰਨ ਵਿੱਚ ਰੱਖ ਲਓ ਤੇ ਭਾਵੇਂ ਡੰਡੇ ਮਾਰ ਮਾਰ ਕੇ ਮਾਰ ਦਿਓ, ਪਰ ਤੁਹਾਡੇ ਸ਼ਰਨ ਛੱਡ ਕੇ ਨਹੀਂ ਜਾਣਾ। ਸ੍ਰੀ ਗੁਰ ਕਹੈ ਜੇ ਸੰਗ ਨਾ ਤਿਆਗੋ, ਮ੍ਰਿਤਕ ਪਰੇ ਕੋ ਖਾਵਣ ਲਾਗੋ। ਤੇ ਜਦੋਂ ਭਾਈ ਲਹਿਣਾ ਜੀ ਕਹਿੰਦੇ ਨੇ ਸਤਿਗੁਰੂ ਜੀ ਕਿਹੜੇ ਘਰ ਵਿੱਚ ਜਾਵਾਂ, ਮੇਰਾ ਤੇ ਘਰ ਹੀ ਗੁਰੂ ਨਾਨਕ ਦਾ ਘਰ ਹੈ। ਇੱਥੇ ਗੁਰੂ ਸਾਹਿਬ ਜੀ ਫਿਰ ਕਹਿੰਦੇ ਨੇ ਭਈ ਜੇ ਨਹੀਂ ਜਾਣਾ ਸਾਧ ਛੱਡ ਕੇ ਇਸੇ ਘਰ ਵਿੱਚ ਰਹਿਣਾ ਹੈ। ਫਿਰ ਆ ਸਾਹਮਣੇ ਲਾਸ਼ ਪਈ ਹੈ, ਮੁਰਦਾ ਪਿਆ ਹੈ, ਤੇ ਬਿਨਾਂ ਦੇਰ ਤੈਨੂੰ ਖਾਣਾ ਸ਼ੁਰੂ ਕਰ ਦੇ। ਲਹਿਣਾ ਸੁਣਤ ਫਿਰਿਓ ਚਹੁ ਫੇਰੇ, ਗੁਰੂ ਕਹਿਓ ਕਿਉਂ ਲਾਈ ਡੇਰੇ। ਇਹ ਸੁਣ ਕੇ ਭਾਈ ਲਹਿਣਾ ਜੀ ਨੇ ਹੱਥ ਜੋੜੇ ਨੇ ਔਰ ਲਾਸ਼ ਦੇ ਚਾਰ ਸਵੇਰੇ ਘੁੰਮਦੇ ਨੇ, ਪਰਿਕਰਮਾ ਕਰਦੇ ਨੇ। ਇਹ ਵੇਖ ਕੇ ਗੁਰੂ ਸਾਹਿਬ ਜੀ ਕਹਿੰਦੇ ਨੇ ਭਾਈ ਪੁਰਖਾ ਦੇਰ ਕਿਉਂ ਕਰਨਾ, ਦੇਰ ਕਿਉਂ ਲਾ ਦਿੱਤੀ। ਜਿਤ ਦਿਸ ਹੁਕਮ ਕਰੋ ਤਹਿ ਖਾਵੋ, ਇਸ ਰਜਾਏ ਹਿਤ ਬਿਲਮ ਲਗਾਵੋ। ਭਾਈ ਲਹਿਣਾ ਜੀ ਕਹਿੰਦੇ ਨੇ ਸਤਿਗੁਰੂ ਜੀ ਦੇਰ ਨਹੀਂ, ਬਸ ਆਪ ਜੀ ਦਾ ਹੁਕਮ ਚਾਹੁੰਦਾ ਕਿ ਹੁਕਮ ਕਰੋ। ਕਿਹੜੇ ਪਾਸੋਂ ਖਾਣਾ ਸ਼ੁਰੂ ਕਰਾਂ, ਪੈਰਾਂ ਵੱਲੋਂ ਕਿ ਸਿਰ ਵੱਲੋਂ? ਆਪ ਜੀ ਦੇ ਹੁਕਮ ਦੀ ਦੇਰ ਦੱਸੋ, ਹੁਕਮ ਕਰੋ ਕਿੱਧਰੋਂ ਖਾਵਾਂ। ਗੁਰੂ ਕਹਿਓ ਪੱਗ ਤੇ ਲਗ ਖਾਨੇ, ਸਿਰ ਲੋ ਖਾਓ ਬਚਨ ਕੋ ਮਾਨੇ। ਸਤਿਗੁਰੂ ਜੀ ਕਹਿੰਦੇ ਨੇ ਪੈਰਾਂ ਵੱਲੋਂ ਖਾਣਾ ਸ਼ੁਰੂ ਕਰ, ਔਰ ਥੋੜ੍ਹਾ ਨਹੀਂ, ਸਿਰ ਤੱਕ ਸਾਰਾ ਹੀ ਖਾਣਾ, ਸਾਡਾ ਹੁਕਮ ਮੰਨੋ। ਤੇ ਛਿਣ ਲਹਿਣੇ ਤੂਰਨ ਕੀਨੀ, ਆਇਸ ਅਨੁਸਾਰੀ ਮਤ ਭੀਨੀ। ਔਰ ਗੁਰੂ ਸਾਹਿਬ ਦਾ ਹੁਕਮ ਇੱਥੇ ਤੇ ਇੱਕ ਲਾਸ਼ ਦੀ ਕੇਵਲ ਉਦਾਹਰਣ ਦਿੱਤੀ ਹੈ ਨਾ, ਔਰ ਗੁਰੂ ਸਾਹਿਬ ਦਾ ਹੁਕਮ ਜਿਹੜਾ ਮੰਨਣਾ ਸੱਚਮੁੱਚ ਬੜਾ ਔਖਾ ਹੈ। ਇਹ ਤਾਂ ਕੋਈ ਬਾਬਾ ਬੁੱਢਾ ਜੀ ਭਾਈ ਲਹਿਣਾ ਜੀ ਵਰਗੇ ਮਰ ਜੀਵੜੇ ਸਿੱਖ ਹੁਣ ਤੇ ਮੰਨਦੇ ਨੇ, ਕਿਉਂਕਿ ਸਤਿਗੁਰੂ ਦੇ ਜਿਹੜੇ ਬਚਨ ਨੇ ਅੱਜ ਵੀ ਸਾਨੂੰ ਕਰਦੇ ਨੇ ਹੈ ਔਖੇ। ਔਰ ਅੱਜ ਦੀ ਦੁਨੀਆ ਵਿੱਚ ਜੇ ਗੁਰੂ ਸਾਹਿਬ ਜੀ ਬੋਲ ਕੇ ਕਹਿਣ ਕਿ ਜੇ ਗੁਰੂ ਕਾ ਸਿੱਖ ਬਣਨਾ ਤਾਂ ਕੋਈ ਸੱਚ ਬੋਲ। ਔਰ ਸਤਿਗੁਰੂ ਜੀ ਕਹਿੰਦੇ ਨੇ ਨਾ, ਬਾਬਾ ਫਰੀਦ ਜੀ ਦੇ ਪਾਵਨ ਬਚਨ ਨੇ, ਬੋਲੀਏ ਸੱਚ ਧਰਮ ਝੂਠ ਨਾ ਬੋਲੀਏ। ਬੇਸ਼ੱਕ ਖੰਡੇ ਬਾਟੇ ਦੀ ਪੌਲ ਲਈ ਹੋਵੇ, ਬੇਸ਼ੱਕ ਉੱਤੋਂ ਦੀ ਕਿਰਪਾਨ ਪਾਈ ਹੋਵੇ, ਪਰ ਹਰ ਕਿਸੇ ਦੇ ਮੂੰਹ ਤੋਂ ਸੁਣੀਦਾ ਵੀ ਝੂਠ ਤੋਂ ਬਿਨਾਂ ਤਾਂ ਗੁਜ਼ਾਰਾ ਹੈ ਹੀ ਨਹੀਂ। ਇੱਥੇ ਤੇ ਫਿਰ ਲਾਸ਼ ਖਾਣੀ ਹੈ। ਸਤਿਗੁਰੂ ਜੀ ਕਹਿੰਦੇ ਨੇ ਭਾਈ ਪੈਰਾਂ ਵਾਲੇ ਪਾਸੋਂ ਖਾਣੀ ਸ਼ੁਰੂ ਕਰ, ਸਿਰ ਤੱਕ ਖਾਣੀ ਹੈ, ਛੱਡਣੀ ਨਹੀਂ, ਹੁਕਮ ਮੰਨੋ। ਔਰ ਇਹ ਗੁਰੂ ਸਾਹਿਬ ਨੇ ਪਾਵਨ ਬਚਨ ਬਾਣੀ ਵਿੱਚ ਕਹੇ ਵੀ ਨੇ, ਪ੍ਰਵਾਨ ਵੀ ਹੋਇਆ ਹੈ। ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੇ ਕਾ ਮਹਲ ਪਾਏ ਸੀ। ਉਸ ਪਰਮੇਸ਼ਰ ਦਾ ਘਰ ਦਾ ਮਿਲਣਾ ਹੈ। ਤੇ ਛਿਨ ਲਹਿਣੇ ਤੂਰਨ ਕੀਨੀ, ਆਇਸ ਅਨੁਸਾਰੀ ਮਤ ਭੀਨੀ। ਭਾਈ ਲਹਿਣਾ ਜੀ ਨੂੰ ਉਸੇ ਵੇਲੇ ਜਿਨ੍ਹਾਂ ਦੀ ਮਤ ਗੁਰੂ ਸਾਹਿਬ ਦੇ ਹੁਕਮ ਵਿੱਚ ਭੇਜੀ ਹੋਈ ਹੈ, ਉਸੇ ਅਨੁਸਾਰ ਮੁਰਦਾ ਖਾਣ ਦੀ ਛੇਤੀ ਦੇ ਨਾਲ ਪੈਰਾਂ ਵਾਲੇ ਪਾਸੋਂ ਕੱਪੜਾ ਚੁੱਕਿਆ ਹੈ। ਸੇਤ ਸੋ ਬਸਤਰ ਉਤਾਰਾ ਜਬ ਹੀ, ਦੇਖਿਓ ਸਰਬ ਤਿਹਾਵਲ ਤਬ ਹੀ। ਪਰ ਭਾਈ ਲਹਿਣਾ ਨੇ ਜਦੋਂ ਚਿੱਟਾ ਕੱਪੜਾ ਪੈਰਾਂ ਵਾਲੇ ਪਾਸੋਂ ਚੁੱਕ ਕੇ ਉਤੋਂ ਉਤਾਰਿਆ ਹੈ, ਤੇ ਕੀ ਵੇਖਦੇ ਨੇ ਕਿ ਲਾਸ਼ ਥੱਲੇ ਕੋਈ ਹੈ ਹੀ ਨਹੀਂ। ਉਹ ਥੱਲੇ ਤੇ ਕੜਾ ਪ੍ਰਸ਼ਾਦ ਦੀ ਦੇਗ ਪਈ ਹੈ। ਦੇਖਿਓ ਸਰਬ ਤਿਹਾਵਲ ਤਬ ਹੀ, ਤੇ ਥੱਲੇ ਪ੍ਰਸ਼ਾਦ ਹੈ। ਤੇ ਨੇਤਰ ਸਮ ਲੋਤ ਬਣਾਈ, ਲੱਖ ਅਚਰਜ ਰਹਿਓ ਬਿਸਮਾਈ। ਉਸ ਦੀਆਂ ਅੱਖਾਂ ਦੇ ਸਾਹਮਣੇ ਉਹ ਲਾਸ਼ ਬਣਾਈ ਹੋਈ ਸੀ, ਸਾਰਿਆਂ ਨੂੰ ਵੇਖਣ ਵਾਲੇ ਨੂੰ ਲਾਸ਼ ਲੱਗ ਰਹੀ ਸੀ। ਤੇ ਭਾਈ ਲਹਿਣਾ ਜੀ ਵੇਖ ਕੇ ਅਚਰਜ ਵੀ ਨੇ, ਔਰ ਗੁਰੂ ਸਾਹਿਬ ਦੇ ਇਹਨਾਂ ਅਚਰਜ ਕੌਤਕਾਂ ਨੂੰ ਜਾਣਦੇ ਵੀ ਨੇ, ਹੈਰਾਨ ਵੀ ਹੁੰਦੇ ਨੇ। ਪ੍ਰਭ ਕੇ ਪਦ ਪੰਕਜ ਪਰ ਪਰਿਓ, ਹਾਥ ਬੰਦ ਕੈ ਬਚਨ ਉਚਰਿਓ।
ਔਰ ਭਾਈ ਲਹਿਣੇ ਜੀ ਨੇ ਇਹ ਕੜਾਹ ਪ੍ਰਸ਼ਾਦੀ ਦੇ ਕੇ ਇੱਕਦਮ ਖਾਣੀ ਸ਼ੁਰੂ ਨਹੀਂ ਕੀਤੀ। ਪਹਿਲੋਂ ਭੱਜ ਕੇ ਜਾ ਕੇ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਵਿੱਚ ਡਿੱਗੇ, ਦੋਵਾਂ ਹੱਥਾਂ ਦੇ ਨਾਲ ਚਰਨ ਕੁੱਟ ਕੇ ਫੜੇ ਨੇ ਚਰਨ, ਤੇ ਨਾਲੇ ਬੇਨਤੀ ਕਰਦੇ ਹੋਏ ਕਹਿੰਦੇ ਨੇ, ਪਾਰ ਬ੍ਰਹਮ ਕਰਤਾਰ ਅਪਾਰੇ, ਏਕ ਓੰਕਾਰ ਸਰਬ ਜਗ ਕਾਰੇ। ਭਾਈ ਲਹਿਣਾ ਜੀ ਕਹਿੰਦੇ ਨੇ, ਸਤਿਗੁਰੂ ਜੀ ਮੈਂ ਤੇ ਪਹਿਲੋਂ ਜਾਣਦਾ ਸੀ ਕਿ ਤੁਸੀਂ ਆਪ ਪਾਰ ਬ੍ਰਹਮ ਪਰਮੇਸ਼ਰ ਹੋ, ਆਪ ਕਰਤਾ ਪੁਰਖ ਹੋ, ਤੁਸੀਂ ਆਪ ਹੀ ਏਕ ਓੰਕਾਰ ਹੋ। ਮੈਂ ਤਾਂ ਇਸ ਗੱਲ ਨੂੰ ਪਹਿਲੋਂ ਜਾਣਦਾ ਸੀ ਕਿ ਤੁਸੀਂ ਆਪ ਨਾਰਾਇਣ ਕਲਾ ਧਾਰ, ਜਗ ਮਹਿ ਪਰਵਰਿਓ। ਔਰ ਇਹ ਮੈਨੂੰ ਭਰੋਸਾ ਸੀ ਕਿ ਜੋ ਕੁਝ ਤੁਸੀਂ ਸਿਖਾਓਗੇ ਆਪਣੇ ਸਿੱਖ ਨੂੰ ਸਿਖਾਉਣਾ ਹੈ, ਤੇ ਕਦੇ ਤੁਸੀਂ ਮਾੜਾ ਸਿਖਾ ਨਹੀਂ ਸਕਦੇ। ਕਲ ਕੇ ਨਰਣ ਉਦਾਹਰਣ ਕਾਰਨ, ਧਰਿਓ ਦੇਹੁ ਕੀਰਤ ਵਿਸਤਾਰਨ। ਕਿਉਂਕਿ ਕੱਲ ਦੇ ਪ੍ਰਸੰਗ ਵਿੱਚ ਵੀ ਆਪਾਂ ਸਰਵਣ ਕੀਤਾ ਸੀ, ਭਾਈ ਲਹਿਣਾ ਜੀ ਉਹ ਤੇ ਨਾਲ ਦੇ ਸਿੱਖਾਂ ਨੂੰ ਵੀ ਸਮਝਾ ਕੇ ਆਏ ਸਨ ਕਿ ਗੁਰੂ ਸਾਹਿਬ ਜੀ ਜੋ ਵੀ ਕਿਰਤ ਕਰਨ ਵੇਖ ਕੇ ਸ਼ੰਕਾ ਨਾ ਕਰਿਓ, ਉਹ ਆਪ ਰੱਬ ਨੇ। ਪਰ ਭਾਈ ਲਹਿਣਾ ਜੀ ਦਾ ਕੁਝ ਕੁ ਭਰੋਸਾ ਕੀਤਾ, ਇੱਥੋਂ ਤੱਕ ਆਏ। ਪਰ ਇਹ ਸਭ ਤੋਂ ਵੱਡੇ ਪਰਖ ਸੀ ਕਿ ਜਿਹਦੇ ਵਿੱਚੋਂ ਤਕਰੀਬਨ ਭਾਈ ਲਹਿਣਾ ਜੀ ਉਹਨਾਂ ਤੋਂ ਬਿਨਾਂ ਸਾਰੇ ਸਾਥ ਛੱਡ ਕੇ ਭੱਜ ਗਏ। ਇਹ ਕਹਿ ਲਈ ਕਿ ਫੇਲ ਹੋ ਗਏ। ਸਤਿਗੁਰੂ ਜੀ ਤੁਸੀਂ ਤੇ ਸਾਡੇ ਕਲਯੁਗੇ ਜੀਵਾਂ ਨੂੰ ਤਾਰਨ ਦੇ ਵਾਸਤੇ ਧਰਿਓ ਦੇਹ ਕੀਰਤ ਵਿਸਥਾਰਨ। ਹੇ ਕਰਤਾ ਪੁਰਖ ਜੀ, ਤੁਸੀਂ ਆਪ ਸਰੀਰ ਧਾਰਨ ਕਰਕੇ ਸੰਸਾਰ ਤੇ ਆਏ ਹੋ, ਤੇ ਇੱਥੇ ਆਪਣੀ ਕੀਰਤੀ ਦਾ ਆਪ ਹੀ ਵਿਸਤਾਰ ਕਰਨ ਲਈ ਆਏ ਹੋ। ਤੁਮਰੀ ਕੁਦਰਤ ਤੁਮ ਬਣਾਈ, ਨਹਿ ਔਰਨ ਤੇ ਜਾਣੀ ਜਾਈ। ਭਾਈ ਲਹਿਣਾ ਜੀ ਨੇ ਨਾਲੇ ਗੁਰੂ ਸਾਹਿਬ ਦੇ ਚਰਨਾਂ 'ਚ ਸਿਰ ਰੱਖਿਆ, ਨਾਲੇ ਕਹੀ ਜਾਂਦੇ ਨੇ ਕਿ ਇਹ ਸਤਿਗੁਰੂ ਜੀ ਤੁਹਾਡੀ ਕੁਦਰਤ ਤੁਹਾਨੂੰ ਹੀ ਬਣਾਉਂਦੀ ਹੈ, ਤੁਹਾਡੀ ਮਹਿਮਾ ਤੁਹਾਨੂੰ ਹੀ ਬਣਾਉਂਦੀ ਹੈ। ਹੋਰਨਾਂ ਤੋਂ ਤੁਹਾਡੀ ਮਹਿਮਾ ਜਾਣੀ ਨਹੀਂ ਜਾ ਸਕਦੀ, ਨਾ ਕਹੀ ਜਾ ਸਕਦੀ ਹੈ। ਸੁਣ ਕੇ ਪਰਮ ਪ੍ਰਸਿੱਧ ਦਿਆਲਾ, ਦੇਖੇ ਕਰਣਾ ਦ੍ਰਿਸ਼ਟ ਵਿਸਾਲਾ। ਭਾਈ ਲਹਿਣਾ ਜੀ ਦੇ ਇਹ ਬੋਲ ਸੁਣ ਕੇ, ਭਾਈ ਲਹਿਣਾ ਜੀ ਦੀ ਇਹ ਭਾਵਨਾ ਵੇਖ ਕੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਬੜੇ ਪ੍ਰਸੰਨ ਹੋਏ, ਔਰ ਕਿਰਪਾ ਦੀ ਦ੍ਰਿਸ਼ਟੀ ਨਾਲ ਇੱਕ ਵਾਰੀ ਫਿਰ ਭਾਈ ਲਹਿਣਾ ਜੀ ਵੱਲ ਵੇਖਦੇ ਨੇ। ਕਹਿਓ ਜੋ ਮੇਰੋ ਅਹਿ ਸਰੂਪਾ, ਸੋ ਤੁਮ ਹੈ ਵਹਿ ਪਰਮ ਅਨੂਪਾ। ਭਾਈ ਲਹਿਣਾ ਜੀ ਨੂੰ ਗੁਰੂ ਸਾਹਿਬ ਨੇ ਚੁੱਕਿਆ ਹੈ, ਮੋਢਿਆਂ ਤੋਂ ਫੜ ਕੇ ਉਠਾਉਂਦੇ ਨੇ, ਤੇ ਨਾਲੇ ਕਹਿੰਦੇ ਨੇ, ਲਹਿਣੇ ਜੇ ਤੇਰਾ ਘਰ ਗੁਰੂ ਨਾਨਕ ਦਾ ਘਰ ਹੈ ਨਾ, ਅੱਜ ਤੋਂ ਗੁਰੂ ਨਾਨਕ ਦਾ ਨਿਵਾਸ ਵੀ ਤੇਰੇ ਘਰ ਵਿੱਚ ਹੀ ਹੋਵੇਗਾ। ਹੁਣ ਇੱਥੇ ਬੇਨਤੀ ਭਾਈ ਲਹਿਣਾ ਜੀ ਨੇ ਕੀਤੀ, ਤੇ ਗੁਰੂ ਸਾਹਿਬ ਜੀ ਕਹਿ ਰਹੇ ਨੇ, ਕਹਿਓ ਜੋ ਮੇਰੋ ਇਹ ਸਰੂਪਾ। ਕਹਿੰਦੇ ਭਾਈ ਲਹਿਣਾ ਜੀ ਜਿਹੜਾ ਮੇਰਾ ਸਰੂਪ ਹੈ ਨਾ, ਸੋ ਤੁਮ ਹੈ ਹੋ, ਉਹ ਮੇਰਾ ਸਰੂਪ ਤੁਸੀਂ ਹੀ ਹੋ। ਹੈ ਪਰਮ ਅਨੂਪਾ, ਤੇ ਇਹ ਪਰਮ ਅਨੂਪ ਹੈ, ਇਹ ਮੇਰਾ ਹੀ ਸਰੂਪ ਹੈ ਤੁਹਾਡਾ ਸਰੀਰ। ਤੇਰੋ ਰੂਪ ਹੋਏ ਕੋ ਮੋਹੇ, ਐਸੇ ਅਬ ਅਭੇਦਤਾ ਹੋਈ। ਤੇ ਭਾਈ ਲਹਿਣਾ ਜੀ ਤੇਰਾ ਘਰ ਜਿਹੜਾ ਹੈ ਅੱਜ ਤੋਂ ਉਹ ਸਾਡਾ ਘਰ ਹੋਵੇਗਾ, ਤੇਰਾ ਸਰੂਪ ਸਾਡਾ ਸਰੂਪ ਹੋਵੇਗਾ। ਐਸੀ ਅਭੇਦਤਾ ਹੋਵੇਗੀ ਜਿਹਨੂੰ ਭਗਤ ਰਵਿਦਾਸ ਜੀ ਕਹਿੰਦੇ ਨੇ ਕਿ ਮੋਹੀ ਤੋਹੀ ਮੋਹੀ ਅੰਤਰ ਕੈਸਾ। ਕਿ ਰੱਬ ਜੀ ਤੇਰੇ ਵਿੱਚ ਤੇ ਮੇਰੇ ਵਿੱਚ, ਮੇਰੇ ਵਿੱਚ ਤੇ ਤੇਰੇ ਵਿੱਚ ਕੈਸਾ ਫਰਕ ਹੈ। ਬਸ ਇੰਨਾ ਕੋਈ ਹੈ, ਜਿਵੇਂ ਇੱਕ ਸੋਨਾ ਹੈ ਤੇ ਇੱਕ ਸੋਨੇ ਦਾ ਗਹਿਣਾ ਹੈ ਤੇ ਸੋਨੇ ਤੋਂ ਬਣਿਆ ਹੋਇਆ। ਇੱਥੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ, ਤੇਰੋ ਰੂਪ ਹੋਏ ਕੋ ਮੋਹੀ। ਤੇਰਾ ਰੂਪ ਮੇਰਾ ਰੂਪ ਹੈ, ਕਿ ਤੇਰਾ ਘਰ ਮੇਰਾ ਘਰ ਹੈ। ਇਸ ਲਹਿਣੇ ਦੇ ਘਰ ਵਿੱਚ ਅੱਜ ਤੋਂ ਮੇਰਾ ਨਿਵਾਸ ਹੋਵੇਗਾ। ਬਖਸ਼ਿਓ ਸਭ ਜਗ ਤਉ ਪਛਾਤੇ, ਭਲੇ ਭਾਂਤ ਹੈ ਵੋ ਹੈ ਬਖਿਆਤੀ। ਹੁਣ ਸਤਿਗੁਰੂ ਜੀ ਉੱਤੇ ਕਿਰਪਾ ਕਰੀ ਜਾਂਦੇ ਨੇ, ਕਹਿੰਦੇ ਸਾਰਾ ਜਗਤ ਤੈਨੂੰ ਬਖਸ਼ਿਆ, ਸਾਰੇ ਜਗਤ ਦੀ ਗੁਰਿਆਈ ਤੈਨੂੰ ਬਖਸ਼ੀ। ਦੁਨੀਆ ਵਿੱਚ ਤੂੰ ਮਸ਼ਹੂਰ ਹੋਵੇਂਗਾ, ਪ੍ਰਗਟ ਹੋਵੇਂਗਾ। ਅਸਲ ਵਿੱਚ
ਇਹ ਜੇ ਗੁਰਤਾ ਗੱਦੀ ਕਹੀ ਜਾਵੇ ਤੇ ਇਹ ਗੁਰਤਾ ਗੱਦੀ ਹੈ ਜਿਹੜੇ ਅੱਜ ਗੁਰੂ ਸਾਹਿਬ ਜੀ ਨੇ ਬਚਨ ਕਹਿ ਦਿੱਤੇ ਨੇ। ਕਿਉਂਕਿ ਗੱਦੀ ਦਾ ਇੱਕ ਤਾਂ ਮਤਲਬ ਅਸੀਂ ਸਾਡੇ ਸਾਹਮਣੇ ਫੋਟੋਆਂ ਵੀ ਇਵੇਂ ਦੀਆਂ ਬਣਾ ਕੇ ਲਾ ਦਿੱਤੀਆਂ ਕਿ ਕਿਸੇ ਉੱਚੀ ਥਾਂ ਤੇ ਬੈਠਦੇ ਨੇ, ਕੋਈ ਸਿੰਘਾਸਣ ਹੋਏਗਾ ਉਹਨੂੰ ਗੱਦੀ ਕਿਹਾ ਜਾਂਦਾ ਹੈ। ਹੁਣ ਇਹ ਗੱਦੀ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਆਪ ਸਾਦੇ ਸਨ, ਸਾਦੀ ਮੰਜੀ ਤੇ ਬੈਠਦੇ ਸਨ। ਗੁਰਤਾ ਗੱਦੀ ਦਾ ਤਾਂ ਮਤਲਬ ਇਹ ਸੀ ਕਿ ਜੋ ਗੁਰੂ ਸਾਹਿਬ ਜੀ ਨੇ ਬਾਣੀ ਲਿਖੀ ਉਹ ਬਾਣੀ ਅੱਗੇ ਦੇ ਦਿੱਤੀ, ਇਹ ਗੁਰਤਾ ਗੱਦੀ ਹੋ ਗਈ। ਖੈਰ ਗੁਰਤਾ ਗੱਦੀ ਗੁਰੂ ਸਾਹਿਬ ਜੀ ਨੇ ਦੇਣੀ ਹੈ, ਪਰ ਅਸਲ ਵਿੱਚ ਇਹੀ ਹੈ, ਸਭ ਸਿੱਖਣ ਕੇ ਰਾਖੀ ਟੇਕਾ, ਹਿਰਦੇ ਪੂਰਨ ਹੋਏ ਬਬੇਕਾ। ਸਤਿਗੁਰੂ ਜੀ ਕਹਿੰਦੇ ਨੇ ਕਿ ਭਾਈ ਲੈਣਾ ਜੇ ਭਾਈ ਪੁਰਖਾ ਸਾਰੇ ਸਿੱਖ ਅੱਜ ਤੋਂ ਤੇਰੀ ਟੇਕ ਰੱਖਣਗੇ। ਤੇਰੇ ਅੰਦਰ ਪੂਰਨ ਬ੍ਰਹਮ ਦਾ ਗਿਆਨ ਜਿਹੜਾ ਉਹ ਪ੍ਰਗਟ ਹੋਵੇਗਾ। ਹਿਰਦੇ ਪੂਰਨ ਹੋਏ ਬਬੇਕਾ, ਬਬੇਕ ਬ੍ਰਹਮ ਦਾ ਗਿਆਨ ਪ੍ਰਗਟ ਹੋਏਗਾ। ਪਾ ਜਗ ਗੁਰ ਲੈ ਹੈ ਗੁਰ ਆਈ, ਸਿੱਖ ਹੋਏ ਤੁਮਰੇ ਅਧਿਕਾਈ। ਸਤਿਗੁਰੂ ਕਹਿੰਦੇ ਨੇ ਭਾਈ ਪੁਰਖਾ ਤੂੰ ਸਾਰੇ ਜਗਤ ਦੀ ਗੁਰਿਆਈ ਲਵੇਂਗਾ, ਸਾਰੇ ਸਿੱਖ ਤੇਰੇ ਅਧੀਨ ਹੋਣਗੇ। ਪਾ ਅਵਲੰਬ ਭਲੇ ਜਗ ਤਾਰਨ, ਸਭ ਸਿੱਖਣ ਜਮਜਾਲ ਨਿਵਾਰਨ। ਸਤਿਗੁਰੂ ਜੀ ਕਹਿੰਦੇ ਨੇ ਹੁਣ ਜਗਤ ਦਾ ਆਸਰਾ ਤੂੰ ਬਣੇਗਾ, ਸਾਰੇ ਜਗਤ ਨੂੰ ਭਾਈ ਪੁਰਖਾ ਤੂੰ ਤਾਰੇਂਗਾ। ਸਾਰੇ ਸਿੱਖ ਦੀਆਂ ਜਮਾਂ ਦੀਆਂ ਫਾਈਆਂ ਹੁਣ ਅੱਜ ਤੋਂ ਤੁਸੀਂ ਕੱਟੋਗੇ। ਤੁਝ ਸਮਾਨ ਭਵ ਅਪਰ ਨ ਲਖਿਓ, ਨਿੱਕੇ ਸਿੱਖੇ ਬੀਰਜ ਰੱਖਿਓ। ਸਤਿਗੁਰੂ ਜੀ ਕਹਿੰਦੇ ਨੇ ਭਾਈ ਪੁਰਖਾ ਤੇਰੇ ਬਰਾਬਰ ਦੁਨੀਆ ਦੇ ਵਿੱਚ ਹੋਰ ਕੋਈ ਨਹੀਂ। ਤੇ ਬਸ ਇਹ ਸਮਝ ਲੈ ਕਿ ਇਹ ਸਿੱਖੀ ਦਾ ਜਿਹੜਾ ਬੀਜ ਹੈ ਬੜਾ ਸੋਹਣਾ ਬੀਜ ਤੁਸੀਂ ਅੱਜ ਬੋਇਆ ਹੈ। ਇਸ ਪ੍ਰਕਾਰ ਕਹੇ ਸੁਖ ਦਾ ਬਾਨੀ, ਗਮਨ ਕੀ ਨ ਪੁਰਖੋ ਗੁਣ ਖਾਨੀ। ਇਸ ਤਰ੍ਹਾਂ ਦੇ ਸੁਖ ਭਰੇ ਬਚਨ ਭਾਈ ਲਹਿਣਾ ਜੀ ਨੂੰ ਕਹੇ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਬੜੇ ਪ੍ਰਸੰਨ ਹੋਏ ਭਾਈ ਲਹਿਣਾ ਜੀ ਨੂੰ ਨਾਲ ਲਿਆ ਹੈ ਤੇ ਨਗਰ ਦੇ ਵਿੱਚ ਕਰਤਾਰਪੁਰ ਸਾਹਿਬ ਦੇ ਵਿੱਚ ਧਰਮਸ਼ਾਲਾ ਜਿੱਥੇ ਹੈ ਸਤਿਗੁਰੂ ਜੀ ਆ ਗਏ ਨੇ। ਧਰਮਸ਼ਾਲ ਮਹਿ ਆਏ ਬਿਰਾਜੇ, ਜਿਨ ਕੇ ਦਰਸ਼ਨ ਤੇ ਦੁੱਖ ਭਾਜੇ। ਹੁਣ ਸਤਿਗੁਰੂ ਜੀ ਇੱਕ ਵਾਰੀ ਫਿਰ ਆ ਕੇ ਧਰਮਸ਼ਾਲਾ ਦੇ ਵਿੱਚ ਬਿਰਾਜਮਾਨ ਹੋ ਗਏ ਨੇ ਕਿ ਜਿਨ੍ਹਾਂ ਦੇ ਦਰਸ਼ਨ ਕਰਨ ਦੇ ਨਾਲ ਸਾਰੇ ਦੁੱਖ ਭੱਜਦੇ ਨੇ, ਉਹ ਸਤਿਗੁਰੂ ਦਾਤੇ ਅੱਜ ਕਈ ਦਿਨਾਂ ਤੋਂ ਬਾਅਦ ਫਿਰ ਧਰਮਸ਼ਾਲਾ ਦੇ ਵਿੱਚ ਆ ਕੇ ਬਿਰਾਜਮਾਨ ਹੋਏ ਨੇ। ਇੱਥੇ ਕਵੀ ਰਾਜ ਨੇ ਇਹ ਅਧਿਆਇ ਖਤਮ ਕੀਤਾ ਹੈ ਔਰ ਅਗਲਾ ਅਧਿਆਇ ਫਿਰ ਇੱਥੋਂ ਸ਼ੁਰੂ ਕਰਦੇ ਲਿਖਦੇ ਨੇ। ਇੱਕ ਦਿਨ ਬਹੁਰ ਬਿਤਾਏ ਕਿਰਪਾਲਾ, ਬੈਠੇ ਹੁਤੇ ਰੁਚਰ ਧਰਮਸ਼ਾਲਾ। ਕਹਿੰਦੇ ਇੱਕ ਦਿਨ ਸਤਿਗੁਰੂ ਜੀ ਨੇ ਇਸੇ ਤਰ੍ਹਾਂ ਬਤੀਤ ਕੀਤਾ ਹੈ। ਉਸ ਤੋਂ ਅਗਲੇ ਦਿਨ ਫਿਰ ਸਤਿਗੁਰੂ ਜੀ ਧਰਮਸ਼ਾਲਾ ਦੇ ਵਿੱਚ ਬਿਰਾਜਮਾਨ ਸਨ। ਆਤਮ ਕੇ ਉਪਦੇਸ਼ਨ ਹੇਤਾ, ਬੈਠਾਰਿਓ ਤ੍ਰਿਹਣ ਕੁਲ ਖੇਤਾ। ਹੁਣ ਤ੍ਰਿਣ ਖੋਤਾ ਕਿ ਤ੍ਰਿਣ ਕੁਲ ਕੇਤਾ, ਤ੍ਰਿਣਾਂ ਦੇ ਕੁਲ ਦੇ ਦੀਪਕ ਸਤਿਗੁਰੂ ਧੰਨ ਗੁਰੂ ਅੰਗਦ ਦੇਵ ਜੀ ਜੋ ਭਾਈ ਲਹਿਣਾ ਜੀ ਦੇ ਰੂਪ ਵਿੱਚ ਨੇ, ਉਹਨਾਂ ਨੂੰ ਗੁਰੂ ਸਾਹਿਬ ਜੀ ਨੇ ਆਪਣੇ ਕੋਲ ਬਿਠਾਇਆ। ਇਕੱਲੇ ਭਾਈ ਲਹਿਣਾ ਜੀ ਨੇ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਆਤਮ ਦਾ ਉਪਦੇਸ਼ ਦੇਣ ਵਾਸਤੇ ਕੋਲ ਬਿਠਾਇਆ ਹੈ। ਲਹਿਣੇ ਸੇਵ ਕਰੇ ਅਧਿਕ ਤੈ ਕੀਨੀ, ਬੂਝੋ ਤਿਆ ਤਤ ਚਹੋ ਜੋ ਚੀਨੀ। ਸਤਿਗੁਰੂ ਕਹਿੰਦੇ ਨੇ ਭਾਈ ਲਹਿਣਿਆ ਤੂੰ ਬਹੁਤ ਹੀ ਸੇਵਾ ਕੀਤੀ ਹੈ ਔਰ ਸੇਵਾ ਇੱਕ ਮਨ ਹੋ ਕੇ ਕੀਤੀ ਹੈ ਔਰ ਇੱਕ ਮਨ ਹੋ ਕੇ ਕੀਤੀ, ਪ੍ਰਵਾਨ ਵੀ ਤਾਂ ਹੀ ਹੋਈ ਨਾ। ਔਰ ਗੁਰੂ ਸਾਹਿਬ ਜੀ ਤੇ ਅੱਜ ਵੀ ਕਹਿੰਦੇ ਸਿੱਖਾ ਤੂੰ ਕਰਕੇ ਵੇਖ ਕਿ ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ, ਪਰ ਉਹ ਚਿੱਤ ਲਾ ਕੇ ਕਰ, ਅੱਜ ਵੀ ਸਫਲ ਹੋਏਗੀ। ਭਾਈ ਪੁਰਖਾ ਤੋਂ ਬੜੀ ਸੇਵਾ ਕੀਤੀ, ਸੇਵਾ ਤੇਰੀ ਸਫਲ ਹੋ ਗਈ ਹੈ। ਬੂਝੋ ਤਤ ਚਹੋ ਜੋ ਚੀਨੀ।
ਸਾਡੇ ਕੋਲ ਅੱਜ ਪੁੱਛ ਲਓ ਜੋ ਕੁਝ ਪੁੱਛਣਾ ਚਾਹੁੰਦੇ, ਕੋਈ ਤੱਤ ਦੀ ਗੱਲ ਪੁੱਛਣੀ ਚਾਹੁੰਦਾ ਹੈ ਪੁੱਛ ਲਓ। ਐਸੇ ਘਾਲ ਜੋ ਘਾਲੇ ਤੋਹੇ, ਕੋ ਨਹਿ ਵਸਤੂ ਅਧੇ ਸੋ ਮੋਹੀ। ਸਤਿਗੁਰੂ ਜੀ ਕਹਿੰਦੇ ਨੇ ਭਾਈ ਪੁਰਖਾ ਤੂੰ ਇੰਨੇ ਹੀ ਘਾਲਣਾ ਕਾਲੀ ਹੈ, ਅੱਜ ਚਿੱਤ ਕਰਦਾ ਕਿ ਤੈਨੂੰ ਕੁਝ ਦੇਵਾਂ, ਔਰ ਇਸ ਘਰ ਦੇ ਵਿੱਚ ਐਸੀ ਕੋਈ ਵਸਤੂ ਨਹੀਂ, ਕੋਈ ਪਦਾਰਥ ਨਹੀਂ ਕਿ ਜਿਹੜਾ ਅਸੀਂ ਤੁਹਾਨੂੰ ਨਹੀਂ ਦੇ ਸਕਦੇ। ਭਾਈ ਲੈਣਾ ਜੀ ਅਸੀਂ ਚਾਹੁੰਦੇ ਕਿ ਅੱਜ ਸਾਰਾ ਕੁਝ ਦੇ ਦਈਏ, ਅੱਜ ਤੁਸੀਂ ਕੁਝ ਮੰਗ ਲਓ, ਕੁਝ ਪੁੱਛ ਲਓ। ਕਿਰਪਾ ਭਰੇ ਸੁਣ ਕੈ ਸੁਖ ਬਾਨੀ, ਬੈਠਿਓ ਸਨਮੁਖ ਸਿੱਖ ਸੁਖਾਨੀ। ਕਿਰਪਾ ਭਰੀ ਸਤਿਗੁਰੂ ਜੀ ਦੇ ਇਹ ਬਾਣੀ ਸੁਣ ਕੇ, ਬੋਲ ਸੁਣ ਕੇ ਸੁਖਦਾਈ ਸਿੱਖਿਆ ਲੈਣ ਵਾਸਤੇ ਭਾਈ ਲੈਣਾ ਜੀ ਸਾਹਮਣੇ ਹੱਥ ਜੋੜ ਕੇ ਬੈਠ ਗਏ ਨੇ। ਹੁਣ ਗੁਰੂ ਸਾਹਿਬ ਜੀ ਕਹਿੰਦੇ ਨੇ ਮੰਗ ਲਓ, ਤੇ ਭਾਈ ਲੈਣਾ ਜੀ ਕੁਝ ਮੰਗਣ ਲੱਗੇ ਨੇ। ਪਰ ਕੱਲ੍ਹ ਵੀ ਬੇਨਤੀ ਕੀਤੀ ਸੀ, ਸ਼ਾਇਦ ਸਵੇਰ ਦੇ ਹੁਕਮਾਂ ਵਿੱਚ ਵਿਚਾਰ ਚੱਲੀ ਸੀ ਕਿ ਜਦੋਂ ਵੱਡੇ ਦੇ ਕੋਲੋਂ ਮੰਗਣਾ ਹੋਵੇ ਤਾਂ ਫਿਰ ਗੁਰੂ ਕੇ ਸਿੱਖ ਦੀ ਮੰਗ ਵੀ ਬੜੀ ਵੱਡੀ ਹੁੰਦੀ ਹੈ। ਇਹ ਰੁਪਈਏ, ਇਹ ਪੈਸੇ, ਨੌਕਰੀਆਂ, ਇਹ ਛੋਟੇ ਛੋਟੇ ਜਿਹੜੇ ਪਦਾਰਥ ਨੇ, ਇਹ ਛੋਟੀਆਂ ਚੀਜ਼ਾਂ ਰਹਿ ਜਾਂਦੀਆਂ ਨੇ। ਵੱਡੇ ਤੋਂ ਮੰਗਣਾ ਹੋਵੇ ਤਾਂ ਉਹਦੀ ਮੰਗ ਵੀ ਵੱਡੀ ਹੁੰਦੀ ਹੈ। ਹੁਣ ਜੇ ਮੰਗਣਾ ਹੈ ਦੀਨ ਦੁਨੀਆ ਦੇ ਬਾਦਸ਼ਾਹ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਤੋਂ, ਤੇ ਮੰਗ ਵੀ ਤੁਹਾਡੀ ਵੱਡੀ ਹੋਵੇਗੀ। ਦੇਖੋ ਕੱਲ੍ਹ ਇਹ ਆਪ ਜੀ ਜਾਣਦੇ ਹੋ ਕਿ ਜਿਵੇਂ ਜੋ ਕੁਝ ਹੋਇਆ, ਮੋਦੀ ਜੀ ਵਾਪਸ ਗਏ ਤੇ ਬੜਾ ਰੌਲਾ ਪਿਆ ਕਿ 43,000 ਕਰੋੜ ਰੁਪਏ ਦਾ ਜਿਹੜਾ ਸੀ ਇੱਥੇ ਕੁਝ ਦੇ ਕੇ ਜਾਣਾ ਸੀ, ਕਿਉਂਕਿ ਪ੍ਰਧਾਨ ਮੰਤਰੀ ਹੈ, ਰਾਜਾ ਹੈ ਨਾ, ਉਹਦੇ ਵਾਸਤੇ ਕਰੋੜ ਜਾਂ 43,000 ਕਰੋੜ ਕੁਝ ਨਹੀਂ। ਪਰ ਇਹ ਤੇ ਦੀਨ ਦੁਨੀਆ ਦੇ ਦਾਤੇ ਨੇ, ਬ੍ਰਹਿਮੰਡ ਦੇ ਦਾਤੇ ਨੇ, ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲੇ ਨੇ। ਐਸੇ ਸਤਿਗੁਰੂ ਜੀ ਤੋਂ ਜਦੋਂ ਮੰਗਣਾ, ਫਿਰ ਇਹ ਮੰਗ ਕਿੱਡੀ ਵੱਡੀ ਹੋਵੇਗੀ। ਹੁਣ ਭਾਈ ਲੈਣਾ ਜੀ ਮੰਗਦੇ ਨੇ, ਦਵੈ ਕਰ ਜੋਰ ਨਿਵਾਇਓ ਸੀਸਾ, ਬੰਦੇ ਪਦ ਪੰਕਜ ਜਗਦੀਸਾ। ਦੋਵੇਂ ਹੱਥ ਜੋੜ ਕੇ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਵਿੱਚ ਪਹਿਲੋਂ ਤੇ ਸੀਸ ਨਵਾਇਆ ਹੈ, ਕਿਉਂਕਿ ਗੁਰੂ ਸਾਹਿਬ ਜੀ ਨਾਲ ਗੱਲਬਾਤ ਕਰਨੀ ਹੈ, ਬਚਨ ਕਰਨੇ ਨੇ। ਔਰ ਸਿੱਖ ਅੱਜ ਵੀ ਅਸਲ ਵਿੱਚ ਜਦੋਂ ਪਾਠ ਕਰਦਾ, ਜਿਹਨੂੰ ਆਪਾਂ ਕਹਿੰਦੇ ਕਿ ਬਾਣੀ ਪੜ੍ਹ ਰਿਹਾ ਹੈ, ਤੇ ਜੇ ਭਾਵਨਾ ਨਾਲ ਪੜ੍ਹੀ ਜਾਵੇ, ਅਸਲ ਵਿੱਚ ਉਹ ਗੁਰੂ ਸਾਹਿਬ ਜੀ ਨਾਲ ਗੱਲਾਂ ਬਾਤਾਂ ਕਰ ਰਿਹਾ ਹੈ। ਗੁਰੂ ਸਾਹਿਬ ਨਾਲ ਬਚਨ ਵਿਲਾਸ ਕਰਨੇ ਨੇ। ਉਸ ਤੋਂ ਪਹਿਲੋਂ ਹੱਥ ਜੋੜ ਕੇ ਨਮਸਕਾਰ ਕੀਤੀ। ਇਹ ਨਮਸਕਾਰ ਸੀ ਕਿ ਆਗਿਆ ਬਖਸ਼ੋ, ਮੈਂ ਕੁਝ ਮੰਗਾ, ਕੁਝ ਬੋਲਾਂ। ਨਿਜ ਸਰੂਪ ਲਖਣੋ ਅਭਿਲਾਖਾ, ਹੈਵ ਕੈ ਦੀਨ ਬਚਨ ਅਭਿਲਾਖਾ ਅਭਿਭਾਖਾ। ਸਤਿਗੁਰੂ ਜੀ ਮੈਂ ਕੌਣ ਹਾਂ? ਮੈਂ ਆਪਣੇ ਨਿਜ ਸਰੂਪ ਨੂੰ ਜਾਣਨਾ ਚਾਹੁੰਦਾ। ਹੁਣ ਇਹ ਮੰਗ ਹੈ, ਸਾਨੂੰ ਅੱਜ ਤੱਕ ਪਤਾ ਹੀ ਨਹੀਂ ਕਿ ਮੈਂ ਕੌਣ ਹਾਂ। ਕਿਉਂਕਿ ਜੇ ਪੁੱਛਿਆ ਜਾਏਗਾ ਨਾ ਭਾਈ ਤੂੰ ਕੌਣ ਹੈ, ਤੇ ਮੈਂ ਕਹਿ ਦੇਣਾ ਮੈਂ ਭਾਈ ਸੁਖਚੈਨ ਸਿੰਘ ਹਾਂ। ਤੂੰ ਕੌਣ? ਅਸੀਂ ਸਰੀਰਾਂ ਦੇ ਨਾਂ ਰੱਖੇ ਨੇ, ਔਰ ਸਰੀਰ ਨੂੰ ਹੀ ਆਪਣੇ ਆਪ ਨੂੰ ਸਮਝ ਲਿਆ ਕਿ ਮੈਂ ਹੀ ਹਾਂ, ਪਰ ਅਸਲ ਵਿੱਚ ਅਸੀਂ ਨਹੀਂ। ਇਹ ਸਰੀਰ ਸਾਡੇ ਰਹਿਣ ਵਾਸਤੇ ਇੱਕ ਘਰ ਹੈ। ਹੁਣ ਭਾਈ ਲੈਣਾ ਜੀ ਦੀ ਮੰਗ ਵੀ ਉਵੇਂ ਦੀ ਹੈ ਨਾ ਕਿ ਸਤਿਗੁਰੂ ਜੀ ਮੈਂ ਆਪਣੇ ਨਿਜ ਸਰੂਪ ਨੂੰ ਜਾਣਨਾ ਚਾਹੁੰਦਾ ਹਾਂ। ਜੋ ਮੈਂ ਹੋ ਕੁਛ ਜਾਏ ਨਾ ਜਾਨਾ, ਹਰ ਕਸੋਗ ਮੈਂ ਫਸਿਓ ਮਹਾਨਾ। ਸਤਿਗੁਰੂ ਜੀ ਮੈਂ ਕੀ ਹਾਂ, ਤੇ ਜੋ ਕੁਛ ਮੈਂ ਹਾਂ ਉਹ ਮੇਰੇ ਤੋਂ ਤੇ ਜਾਣਿਆ ਨਹੀਂ ਜਾਂਦਾ, ਮੈਨੂੰ ਤੇ ਸਮਝ ਨਹੀਂ ਲੱਗਦੀ। ਕਿਉਂਕਿ ਮੈਂ ਤੇ ਇਹੀ ਸਮਝਣਾ ਹਾਂ, ਹਰ ਕਸੋਗ ਮੈਂ ਫਸਿਓ ਮਹਾਨਾ। ਮੈਂ ਤਾਂ ਦੁੱਖਾਂ ਸੁੱਖਾਂ ਦੇ ਵਿੱਚ ਫਸਿਆ ਪਿਆ। ਔਰ ਜਦੋਂ ਤੱਕ ਸਾਨੂੰ ਸਮਝ ਨਹੀਂ ਆਏਗੀ, ਫਿਰ ਆਪਣੀ ਮੰਗ ਹੋਵੇਗੀ ਸੁੱਖ ਮਿਲੇ, ਸੁੱਖ ਹੀ ਮਿਲੇ। ਔਰ ਗੁਰੂ ਸਾਹਿਬ ਜੀ ਪਾਵਨ ਬਚਨ ਕਹਿੰਦੇ ਨੇ, ਹਰ ਕੋਈ ਸੁੱਖ ਹੀ ਮੰਗਦਾ ਹੈ। ਸੁੱਖ ਕੋ ਮੰਗੈ ਸਭ ਕੋ, ਦੁੱਖ ਨਾ ਮੰਗੈ ਕੋਈ। ਦੁੱਖ ਮੰਗਦਾ ਕੋਈ ਨਹੀਂ, ਪਰ ਆਉਂਦੇ ਤੇ ਫਿਰ ਵੀ ਨੇ, ਔਰ ਆਉਣੇ ਵੀ ਨੇ। ਸਤਿਗੁਰੂ ਜੀ ਮੈਂ ਕੌਣ ਹਾਂ ਸਮਝ ਨਹੀਂ ਆਉਂਦੇ। ਮੈਂ ਤਾਂ ਕੇਵਲ ਇਹ ਸਮਝਣਾ ਕਿ ਮੈਂ ਕਦੇ ਦੁੱਖ ਵਿੱਚ ਫਸ ਗਿਆ, ਕਦੇ ਸੁੱਖ ਵਿੱਚ ਫਸ ਗਿਆ।
ਰਾਗ ਦਵੈਕ ਨਿਸ ਦਿਨ ਬਹੁ ਮੋਹੀ, ਅਤਿਸ਼ਿਆ ਦੁੱਖ ਸੁਖ ਮਹਿ ਹੋਹੀ। ਕਿਉਂਕਿ ਭਾਈ ਲਹਿਣਾ ਜੀ ਨੂੰ 7 ਸਾਲ ਹੋ ਗਏ ਨੇ, ਤਕਰੀਬਨ 7 ਸਾਲ ਹੋ ਗਏ ਨੇ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਦੀ ਸੇਵਾ ਕਰਦੇ ਆ। ਔਰ ਪਿੱਛੇ ਵੀ ਆਪਾਂ ਸਰਵਣ ਕਰਕੇ ਆਏ ਕਿ ਇੱਕ ਦਿਨ ਨਹੀਂ ਕਿਹਾ ਕਿ ਘਰ ਜਾਣਾ ਹੈ। ਘਰ ਦਾ, ਪਰਿਵਾਰ ਦਾ, ਸੰਸਾਰ ਦਾ ਮੋਹ ਬਿਲਕੁਲ ਖਤਮ ਹੋ ਗਿਆ ਹੈ। ਅੰਦਰ ਕਿਸੇ ਤਰ੍ਹਾਂ ਦੀ ਦਵੈਕ ਨਹੀਂ, ਕੋਈ ਈਰਖਾ ਨਹੀਂ। ਪਰ ਫਿਰ ਵੀ ਨਿਮਰਤਾ ਵਿੱਚ ਆ ਕੇ ਕਹਿੰਦੇ ਨੇ ਕਦੇ ਕਦੇ ਰਾਗ ਦਵੈਸ਼ ਦੇ ਵਿੱਚ ਮੈਂ ਫਸ ਜਾਂਦਾ। ਜਿਹੜਾ ਦੁੱਖ ਤੇ ਸੁੱਖ ਹੈ ਉਹ ਇੱਕ ਤਰ੍ਹਾਂ ਰਹਿਣਾ ਚਾਹੀਦਾ, ਇੱਕ ਤਰ੍ਹਾਂ ਕਿਵੇਂ ਰਹੇ? ਕਿਉਂਕਿ ਬੜੀ ਵੱਡੀ ਗੱਲ, ਬੜੀ ਔਖੀ ਹੈ ਨਾ ਜੀ। ਸੁੱਖ ਨੂੰ ਵੀ ਉਸੇ ਤਰ੍ਹਾਂ ਹੀ ਮੰਨਣਾ ਤੇ ਦੁੱਖ ਨੂੰ ਵੀ ਉਸੇ ਤਰ੍ਹਾਂ ਮੰਨਣਾ। ਪਰ ਜਦੋਂ ਅਸੀਂ ਆਪਣੇ ਵੱਲੇ ਵੇਖੀਏ, ਸੰਸਾਰ ਵੱਲੇ ਵੇਖੀਏ ਤਾਂ ਬੜਾ ਇਹ ਕੰਮ ਬਿਲਕੁਲ ਉਲਟ ਹੈ। ਦੁੱਖ ਵੇਲੇ ਬੰਦਾ ਢਾਹਾਂ ਮਾਰਦਾ ਹੈ ਤੇ ਸੁੱਖ ਆ ਜਾਏ ਤੇ ਫਿਰ ਪੜਥੂ ਪਾਉਂਦਾ ਹੈ ਕਿ ਪੂਰੀ ਦੁਨੀਆ ਨੂੰ ਪਤਾ ਲੱਗੇ ਮੇਰੇ ਘਰ ਸੁੱਖ ਆਇਆ ਹੈ। ਸਤਿਗੁਰੂ ਜੀ ਅਤਿਸ਼ਿਆ ਦੁੱਖ ਸੁੱਖ ਮਹਿ ਹੋਹੀ। ਇਹ ਦੁੱਖ ਜਿਹੜਾ ਹੈ, ਸੁੱਖ ਦੁੱਖ ਤੇ ਇਹ ਦੋਵੇਂ ਸਮਾਨ ਨਹੀਂ ਰਹਿੰਦੇ। ਸਰਬ ਭੇਦ ਮੋਹਿ ਦੇਹੁ ਜਣਾਈ, ਤੇ ਕੋ ਸਮਝ ਰਹੂੰ ਸੁਖ ਪਾਈ। ਸਤਿਗੁਰੂ ਜੀ ਕਿਰਪਾ ਕਰੋ, ਜੇ ਕੁਛ ਬਖਸ਼ਣੇ ਚਾਹੋ ਤਾਂ ਇਹ ਮੈਨੂੰ ਸਾਰਾ ਭੇਦ ਸਮਝਾ ਦਿਓ। ਇਹ ਸਮਝ ਕੇ ਕਿ ਮੈਂ ਦੁੱਖ ਅਤੇ ਸੁੱਖ ਨੂੰ ਬਰਾਬਰ ਸਮਝ ਸਕਾਂ, ਇੱਕੋ ਜਿਹਾ ਰਹਿ ਸਕਾਂ। ਮੋਰ ਔਰ ਤਮ ਅਗਿਆਨ ਮਹਾਨਾ, ਤੁਮਰੇ ਹੈਮ ਬਚ ਭਾਨ ਸਮਾਨਾ। ਅੱਗੇ ਭਾਈ ਲਹਿਣਾ ਜੀ ਫਿਰ ਕਹਿੰਦੇ ਨੇ ਸਤਿਗੁਰੂ ਜੀ ਮੇਰੇ ਅੰਦਰ ਬੜਾ ਹੀ ਵੱਡਾ ਮਹਾਨ ਅਗਿਆਨ ਹੈ। ਅਗਿਆਨ, ਸਮਝ ਕੋਈ ਨਹੀਂ। ਅੰਦਰ ਅਗਿਆਨਤਾ ਦਾ ਪੂਰਾ ਹਨੇਰਾ ਹੈ। ਤੁਮਰੇ ਹੈ ਬਚ ਭਾਨ ਸਮਾਨਾ। ਪਰ ਸਤਿਗੁਰੂ ਜੀ ਆਪ ਜੀ ਦੇ ਬਚਨ ਸੂਰਜ ਦੀ ਤਰ੍ਹਾਂ ਨੇ ਕਿ ਜਿੱਥੇ ਆਪ ਜੀ ਦੇ ਬਚਨ ਚਲੇ ਜਾਣ ਉਨੀ ਰੋਸ਼ਨੀ, ਉਹਨਾਂ ਚਾਨਣ ਸ਼ਾਇਦ ਸੂਰਜ ਵੀ ਨਾ ਦੇ ਸਕੇ। ਔਰ ਗੁਰੂ ਸਾਹਿਬ ਨੇ ਤਾਂ ਪਾਵਨ ਬਚਨ ਹੀ ਕਹੇ ਨੇ, ਇੱਕ ਸੂਰਜ ਕੇ ਸੈਂਕੜੇ ਚੜ੍ਹ ਜਾਣ, ਹਜ਼ਾਰਾਂ ਚੜ੍ਹ ਜਾਣ। ਕਿਉਂਕਿ ਗੁਰੂ ਦੇ ਬਚਨਾਂ ਨੇ ਅੰਦਰ ਨੂੰ ਪ੍ਰਕਾਸ਼ ਕਰਨਾ ਹੈ। ਸੂਰਜ ਬਾਹਰ ਚਾਨਣ ਕਰੇਗਾ, ਪਰ ਬਾਹਰ ਦੇ ਚਾਨਣ ਇੰਨੇ ਸੂਰਜ, ਇੰਨੇ ਚੰਦਰਮਾ ਵੀ ਚੜ੍ਹ ਜਾਣ ਤੇ ਇਹ ਅੰਦਰ ਦਾ ਪ੍ਰਕਾਸ਼ ਨਹੀਂ ਕਰ ਸਕਦੇ। ਜਿਹਨੂੰ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਜੇ 100 ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ, ਇਤੇ ਚਾਨਣ ਹੁੰਦਿਆਂ ਗੁਰ ਬਿਨ ਘੂਰ ਅੰਧਾਰ। ਭਾਈ ਲਹਿਣਾ ਜੀ ਕਹਿੰਦੇ ਨੇ ਮੇਰੇ ਅੰਦਰ ਘੂਰ ਹਨੇਰਾ ਹੈ। ਆਪ ਜੀ ਦੇ ਬਚਨ ਜਿਹੜੇ ਨੇ ਉਹ ਸੂਰਜ ਦੀ ਤਰ੍ਹਾਂ ਨੇ, ਪ੍ਰਕਾਸ਼ ਕਰਨਗੇ। ਕਬ ਪ੍ਰਕਾਸ਼ ਦੇਹੁ ਰੂਪ ਦਿਖਾਈ, ਸੁਣ ਕੈ ਸਿਰਿ ਪ੍ਰਭ ਗਿਰਾ ਅਲਾਈ। ਸਤਿਗੁਰੂ ਜੀ ਉਹ ਪ੍ਰਕਾਸ਼ ਮੇਰੇ ਅੰਦਰ ਕਦੋਂ ਹੋਵੇਗਾ? ਉਹ ਪ੍ਰਕਾਸ਼ ਮੇਰੇ ਅੰਦਰ ਕਦੋਂ ਕਰੋਗੇ? ਇਹ ਸੁਣ ਕੇ ਫਿਰ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕਿ ਬਚਨ ਕੀਤੇ। ਔਰ ਜਿਵੇਂ ਬਚਨ ਕਰਦੇ ਨੇ, ਜਿਵੇਂ ਉਪਦੇਸ਼ ਦਿੰਦੇ ਨੇ, ਇਹ ਆਪਾਂ ਅਗਲੇ ਪ੍ਰਸੰਗ ਨੂੰ ਕੱਲ੍ਹ ਤੋਂ ਵਿਚਾਰਾਂਗੇ। ਹੋਈਆਂ ਭੁੱਲਾਂ ਦੀ ਖਿਮਾ। ਆਓ 1-2 ਮਿੰਟ ਰਸਨਾ ਦੇ ਨਾਲ ਹਾਜ਼ਰੀ ਲਵਾਈਏ, ਫਿਰ ਸਮਾਪਤੀ ਹੈ ਜੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।